शाबाश तेरे काम कर करके ना दिखा दे ਵੱਧ ਤੋਂ ਵੱਧ ਟਾਈਮ ਲਾ ਦੇ ਜਿੰਨਾ ਲਾ ਸਕਦੀਆਂ। ਪਹਿਲਾਂ ਤਾਂ ਤੂੰ ਤਿਆਰ ਹੋਣ ਨੂੰ ਘੰਟਾ ਲਾਇਆ ਤੇ ਤਿਆਰ ਹੋਣ ਤੋਂ ਬਾਅਦ ਤੈਨੂੰ ਹੁਣ ਕਿਚਨ ਦਾ ਕੰਮ ਚੇਤੇ ਆ ਗਿਆ। ਪਰ ਅੱਜ ਤਾਂ ਤੂੰ ਲੇਟ ਕਰਾਉਣਾ ਹੀ ਸੀ। ਪਤਾ ਜੋ ਹੈ ਅੱਜ ਮੇਰੀ ਭੈਣ ਦੀ ਨਨਾਣ ਦਾ ਵਿਆਹ। ਤੁਹਾਨੂੰ ਤਾਂ ਕਹਿਣਾ ਹੀ ਬੜਾ ਸੌਖਾ ਆ ਵੀ ਜਨਾਨੀ ਲੇਟ ਕਰਾ ਦਿੰਦੀ ਆ। ਇਹ ਤਾਂ ਸਾਰਿਆਂ ਦਾ ਪੈਟ ਡਾਇਲੌਗ ਹੁੰਦਾ। ਪਰ ਨਾ ਮੇਰੀ ਜਗ੍ਹਾ ਤੇ ਆ ਕੇ ਥੋੜਾ ਜਿਹਾ ਸੋਚੋ, ਆ ਲੇਡੀਜ਼ ਨੂੰ 100 ਕੰਮ ਹੁੰਦੇ ਨੇ ਕਿਸੇ ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ। ਆ ਤੁਸੀਂ ਤਾਂ ਸਵੇਰੇ ਉੱਠ ਕੇ ਬਸ ਤਿਆਰ ਹੀ ਹੋਣਾ ਆ। ਮੈਂ ਪਹਿਲਾਂ ਸਵੇਰੇ ਉੱਠ ਕੇ ਸਾਰੇ ਕਿਚਨ ਦਾ ਕੰਮ ਕੀਤਾ, ਰੋਟੀਆਂ ਬਣਾਈਆਂ ਹਨਾ। ਉਸ ਤੋਂ ਬਾਅਦ ਜਾ ਕੇ ਫਿਰ ਮੈਂ ਤਿਆਰ ਹੋਈ ਤੇ ਉੱਪਰੋਂ ਜਿਹੜੇ ਸੂਟ ਦੀ ਮੈਂ ਤਿਆਰੀ ਕੀਤੀ ਹੋਈ ਸੀ ਪਾਉਣ ਦੀ, ਉਹ ਤੁਸੀਂ ਮਨਾ ਕਰਤਾ ਵੀ ਨਹੀਂ ਪਾਉਣਾ, ਵੀ ਇਹਨੂੰ ਪਾ ਕੇ ਜਾ। ਤੇ ਫਿਰ ਤੈਨੂੰ ਮੈਂ ਕੀ ਗਲਤ ਕਹਿਤਾ ਵੀ ਆਹ ਸੂਟ ਪਾ ਲਾ? ਉਹ ਗਰਮੀਆਂ ਆ ਗਈਆਂ, ਵਿਸਾਖੀ ਆਈ ਪਈ ਆ ਤੇ ਤੈਨੂੰ ਚਿਕਨ ਦੇ ਸੂਟ ਨੂੰ ਕਹਿ ਕੇ ਕੀ ਗੁਨਾਹ ਕਰ ਲਿਆ? ਮੇਰੇ ਵੱਲੋਂ ਫਿਰ ਸਿੰਥੈਟਿਕ ਪਾ ਲਾ, ਚਾਹੇ ਸੁਨੀਲ ਦਾ ਪਾ ਲਾ। ਤੱਫੜ ਹੋਣਗੇ ਤੇਰੇ ਹੋਣਗੇ, ਪਰ ਮੈਨੂੰ ਕੀ ਹੈ? ਜੇ ਇਹੀ ਸੂਟ ਕਹਿਣਾ ਸੀ ਇਹ ਤੁਸੀਂ ਮੈਨੂੰ ਕੱਲ ਵੀ ਕਹਿ ਸਕਦੇ ਸੀ, ਮੈਂ ਕੱਲ ਹੀ ਤਿਆਰੀ ਕਰ ਲੈਂਦੀ। ਆ ਮੌਕੇ ਤੇ ਆ ਕੇ ਇਹਨੂੰ ਪ੍ਰੈਸ ਕਰਨ ਨੂੰ ਕਿੰਨਾ ਟਾਈਮ ਲੱਗ ਗਿਆ ਮੈਨੂੰ। ਆ ਤੇਰੀ ਬਹਿਸਬਾਜ਼ੀ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ। ਤੂੰ ਆਨੀ ਬਾਨੀ ਹੈ ਨਾ ਇਹੋ ਜੀ ਫालतू ਦੀ ਬਹਿਸ ਕਰਕੇ ਵਿਆਹ ਜਾਣ ਤੋਂ ਹੋਰ ਲੇਟ ਕਰਾਉਣਾ ਚਾਹੁੰਦੀ ਆ, ਤਾਂ ਕਿ ਮੇਰੀ ਭੈਣ ਨੂੰ ਸਾਰੇ ਉੱਥੇ ਪੁੱਛਣ ਵੀ ਤੇਰੇ ਭਰਾ ਭਰਜਾਈ ਨਹੀਂ ਆਏ, ਕੀ ਗੱਲ ਇੰਨਾ ਲੇਟ ਆਇਆ, ਲੋਕਾਂ ਨਾਲੋਂ ਵੀ ਲੇਟ ਆਇਆ। ਆਹੀ ਤੂੰ ਕਹਿਣਾ ਚਾਹੁੰਦੀ ਆ ਨਾ, ਤਾਂ ਤੇਰੇ ਕਾਲਜ ਠੰਡ ਪੈਣੀ ਆ ਮੈਨੂੰ ਲੱਗਦਾ। ਮੈਨੂੰ ਭਲਾ ਬਹਿਸ ਘਸਾਈਆ ਜੇ ਕਰਨ ਦੀ ਕੀ ਜ਼ਰੂਰਤ ਵਾ? ਇੱਕ ਆਹ ਦੁੱਧ ਵਾਲਾ ਲੇਟ ਆਇਆ, ਹੁਣ ਦੁੱਧ ਤਾਂ ਉਬਾਲ ਕੇ ਜਾਣਾ ਨਾ, ਇਹ ਜੇ ਖਰਾਬ ਹੋ ਗਿਆ ਫੇਰ। ਤੂੰ ਫ੍ਰਿਜ 'ਚ ਰੱਖ ਦੇ, ਮੈਂ ਕਿਉਂ ਬਹਾਨੇ ਚ ਲਾਈ ਜਾਣਾ? ਚੱਲ ਹੁਣ ਜਲਦੀ ਚਲਾ ਗੁੱਜੂ, ਗੱਡੀ ਬਾਹਰ ਕੱਢ, ਆਪਾਂ ਚੱਲੀਏ। ਅੱਛਾ ਇੱਕ ਚੀਜ਼ ਦਾ ਨਾ ਥੋੜਾ ਜਿਹਾ ਧਿਆਨ ਰੱਖੀ, ਆਖਰ ਮੇਰੀ ਭੈਣ ਦੀ ਨਨਾਣ ਦਾ ਵਿਆਹ ਤੇ ਕੱਲ ਭੈਣ ਦਾ ਫੋਨ ਆਇਆ ਸੀਗਾ, ਕਹਿੰਦੇ ਵੀ ਇੱਥੇ ਆਪਾਂ ਨੇ ਪੈਲਸ ਦੇ ਵਿੱਚ ਪਰ ਪਲੇਟ ਸਿਸਟਮ ਕੀਤਾ ਹੈ। ਪੂਰੇ 1200 ਪਰ ਪਲੇਟ ਤੈਅ ਹੋਇਆ ਤੇ ਨਾਲ ਹੀ ਉਹਨੇ ਕਿਹਾ ਸੀਗਾ, ਕਹਿੰਦੇ ਜਦੋਂ ਵੀ ਪਰ ਪਲੇਟ ਸਿਸਟਮ ਕਰਦੇ ਆ ਨਾ ਸਰਵਿਸ ਚੰਗੀ ਤਰ੍ਹਾਂ ਪਹੁੰਚਦੀ ਨਹੀਂ, ਖਾਸ ਕਰਕੇ ਪਨੀਰ ਵਾਲੇ ਪਕੌੜੇ। ਕਹਿੰਦੇ ਤੂੰ ਆਪਦਾ ਨਾ ਹਲਵਾਈਆਂ ਵੱਲ ਹੀ ਗੇੜਾ ਮਾਰ ਕੇ ਰੱਖੀ, ਨਾਲੇ ਤੂੰ ਭੈਣ ਦੇ ਬਿਲਕੁਲ ਨਾਲ ਰਹੀਂ। ਭਰੋਸੇ ਵਾਲਾ ਬੰਦਾ ਨਾਲ ਹੋਣਾ ਬੜਾ ਜ਼ਰੂਰੀ ਆ, ਨਹੀਂ ਤਾਂ ਅੱਜ ਕੱਲ੍ਹ ਆਪਾਂ ਦੇਖਦੇ ਨਹੀਂ ਕਿੰਨਾ ਚੱਕ ਤਲ ਹੋ ਜਾਂਦੀ ਹੈ। ਤੇ ਨਾਲੇ ਤੈਨੂੰ ਪੈਸੇ ਦਿੱਤੇ ਹੋਏ ਆ, ਜੇ ਪੂਰਾ ਪੈਸੇ ਜੇਬ ਚੋਂ ਤੇਰੇ ਚੱਲ ਵੀ ਗਏ ਤਾਂ ਪੂਰਾ ਕਿਰਸ ਨਾ ਕਰੀ। ਜੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਹੀ ਆ ਤਾਂ ਫਿਰ ਆਪਾਂ ਕੋ ਤਾਂ ਵਿਆਹ ਇੰਜੋਏ ਕਰ ਹੀ ਨਹੀਂ ਹੋਣਾ। ਤੂੰ ਵੀ ਕਹਿਣ ਲੱਗੀ ਪੂਰਾ ਸੋਚ ਤਾਂ ਲੈ, ਘਰ ਦੇ ਵਿਆਹ ਦੇ ਵਿੱਚ ਨਾ ਜ਼ਿੰਮੇਵਾਰੀ ਕਰਕੇ ਇੰਜੋਇਮੈਂਟ ਨਹੀਂ ਹੁੰਦੀ। ਬਸ ਤੂੰ ਤੈਨੂੰ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਬਸ ਤੂੰ ਉਹ ਯਾਦ ਰੱਖੀ। ਚੱਲ ਹੁਣ ਕਿਉਂ ਦੇਖਿਆ ਨਾ ਖੁਸ਼ੂ, ਭੈਣ ਹੋਣਾ ਨੇ ਨਾ ਵਿਆਹ 'ਚ ਪਹਿਲਾ ਵਜਾ ਕਰਾਈ ਪਈ ਸੀਗੀ, ਇੰਨਾ ਅਰੇਂਜਮੈਂਟ ਨਜ਼ਾਰਾ ਹੀ ਆ ਗਿਆ ਬਈ। ਪਰ ਗਰਮੀਆਂ ਦੇ ਵਿਆਹ 'ਚ ਨਾ ਬਾਹਲੀ ਬੱਸ ਹੋ ਜਾਂਦੀ ਆ, ਮਾਤੀ ਮਾਰੀ ਜਾਂਦੀ ਆ। ਓਏ ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਉਹਨਾਂ ਨੇ ਠੰਡਿਆਂ ਦਾ, ਪਾਣੀ ਦਾ, ਸ਼ੇਕ ਦਾ ਕਿੰਨਾ ਅਰੇਂਜਮੈਂਟ ਕੀਤਾ ਸੀ, ਇਸੇ ਕਰਕੇ ਕੀਤਾ ਸੀ। ਅਰੇਂਜਮੈਂਟ ਤਾਂ ਵਧੀਆ ਸੀ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਅੱਗੇ ਤਾਂ ਤੁਸੀਂ ਕਦੇ ਪਲੇਟਾਂ ਤੋਂ ਰੋਕਦੇ ਨਹੀਂ, ਪਰ ਅੱਜ ਮੈਂ, ਤੁਸੀਂ ਤੇ ਮੰਮਾ ਨੇ ਇੱਕੋ ਪਲੇਟ 'ਚ ਬਹਿ ਕੇ ਰੋਟੀ ਖਾਧੀ। ਉਹ ਤੂੰ ਖਾਣਾ ਫਿਰ ਵੀ ਖਾ ਤਾਂ ਲਿਆ ਸੀ ਨਾ, ਰੱਜ ਕੇ ਖਾਧਾ। ਓਏ ਖਾਣੇ ਤੋਂ ਪਹਿਲਾਂ ਜਿਹੜੇ ਇੰਨੇ 36 ਸਨੈਕ ਸੀ ਉਹ ਵੀ ਤਾਂ ਖਾਧੇ ਆ, ਭੁੱਖਾ ਤਾਂ ਨਹੀਂ ਤੁਰਿਆ। ਤੇ ਰਹੀ ਗੱਲ ਪਲੇਟਾਂ ਦੀ, ਤਾਂ ਫਿਰ ਕੀ ਹੋ ਗਿਆ, ਆਪਾਂ ਤਿੰਨਾਂ ਨੇ ਇੱਕ ਪਲੇਟ 'ਚ ਖਾ ਲਿਆ। ਉਹ ਰੀਜ਼ਨ ਇਹ ਸੀ ਵੀ 1200 ਪਰ ਪਲੇਟ ਪੈਣਾ ਸੀਗਾ, ਆਪਣੇ ਤਿੰਨਾਂ ਜਣਾਂ ਦਾ ਹੋ ਗਿਆ ਸੀ ਨਾ 3600 ਰੁਪਈਆ, ਤੇ ਆਪਾਂ ਨੇ ਇੱਕ ਪਲੇਟ 'ਚ ਕਰਕੇ 1200 'ਚ ਗੱਲ ਸਮੇਟ ਲਈ। ਖਾ ਤਾਂ ਫਿਰ ਵੀ ਲਿਆ, ਪੂਰਾ 2400 ਦਾ ਫਾਇਦਾ ਕਰਤਾ ਤੇਰੀ ਭੂਆ ਹੁਣਾਂ ਦਾ। ਭਲਾ ਕੋਈ ਵਿਆਹ 'ਚ ਵੀ ਗਿਣਤੀਆਂ ਮਿਣਤੀਆਂ ਕਰਦਾ? ਜਿਹਦਾ ਕੰਨ ਬਿੰਨੂ ਉਹਨੂੰ ਹੀ ਦੁੱਖ ਲੱਗਦਾ। ਗਿਣਤੀਆਂ ਮਿਣਤੀਆਂ ਵੀ ਕਰਨੀਆਂ ਹੀ ਪੈਂਦੀਆਂ ਨੇ ਜਦੋਂ ਜੇਬ 'ਚੋਂ ਪੈਸੇ ਲੱਗਦੇ ਆ ਨਾ। ਤੈਨੂੰ ਕਿੱਥੋਂ ਜੇ ਇਹ ਚੀਜ਼ਾਂ ਦਾ ਪਤਾ ਲੱਗਣਾ? ਚਲੋ ਮੈਂ ਫਿਰ ਥੋੜੀ ਰੈਸਟ ਕਰ ਲੈਣਾ ਹੁਣ। ਉਹ ਮੰਮੀ ਕਿੱਥੇ ਆ? ਉਹਨੂੰ ਐਂ ਕਹਿ ਕੈੜੀ ਜੀ ਨਾ ਥੋੜੀ ਜਿਹੀ ਚਾਹ ਬਣਾ ਕੇ ਲਿਆਵੇ, ਥਕਾਵਟ ਜਿਹੜੀ ਸ਼ੋਅ ਮੰਤਰ ਹੋਵੇ। ਠੀਕ ਹੈ ਠੀਕ ਹੈ ਨਾ? ਦੇਖੋ ਜੀ ਹਾਲੇ ਤਾਂ ਮੇਰੀ ਬੇਵਾ ਆ,
ਮੈਂ ਨਾ 10 ਮਿੰਟ ਰੁਕ ਕੇ ਚਾਹ ਬਣਾਉਣੀ ਆ, ਹਾਲੇ ਤਾਂ ਮੈਂ ਬਹੁਤ ਥੱਕ ਗਈ। ਉਹ ਕਾਹਦੇ ਨਾਲ ਥੱਕ ਗਈ? ਗਾਹਾਂ ਤੋਂ ਮਿਲਣੀ ਵਾਲੇ ਸਾਰੇ ਕੰਬਲ ਚੱਕਦੇ ਢੋਂਦੀ ਥੱਕ ਗਈ ਤੂੰ। ਤੁਸੀਂ ਆਹੀ ਸਮਝ ਲਓ, ਸਵੇਰ ਤੋਂ ਲੈ ਕੇ ਆਹ ਡੋਲੀ ਤੱਕ ਮੈਂ ਖੜੀ ਰੱਤ ਤਾਂ ਰਹੀ ਆ, ਥੱਕਣਾ ਤਾਂ ਮੈਂ ਆਪੇ ਹੀ ਸੀ। ਮਾੜਾ ਜਿਹਾ ਭੈਣ ਨਾਲ ਕੰਮ ਤੂੰ ਕਰਾ ਕੇ ਦਿੱਤਾ, ਤੂੰ ਤਾਂ ਆਹ ਆਨੀ ਬਾਨੀ ਮੈਨੂੰ ਸੁਣਾਉਣ ਲੱਗ ਗਈ। ਪਰ ਨਾ ਮੈਂ ਅੱਜ ਵਿਆਹ ਤੇ ਵਿਆਹ 'ਚ ਫਰਕ ਬਹੁਤ ਦੇਖਿਆ। ਵਿਆਹ ਤੇ ਵਿਆਹ 'ਚ ਫਰਕ ਮੈਂ ਕੋਈ ਸਮਝਿਆ ਨਹੀਂ ਹੈ। ਆਹੋ, ਵਿਆਹ ਤੇ ਵਿਆਹ 'ਚ ਫਰਕ ਹੁੰਦਾ, ਪੇਕਿਆਂ ਤੇ ਸਹੁਰਿਆਂ ਦੇ ਵਿਆਹ 'ਚ। ਭੁੱਲ ਗਏ? ਬੜੀ ਛੇਤੀ ਭੁੱਲ ਗਏ। ਆ 3 ਮਹੀਨੇ ਪੁਰਾਣੀ ਤਾਂ ਗੱਲ ਵਾ, ਆ ਜਦੋਂ ਮੇਰੀ ਭੈਣ ਦੀ ਨਨਾਣ ਦਾ ਵਿਆਹ ਸੀ। ਉਹ ਮੈਨੂੰ ਯਾਦ ਹੈ, ਚੰਗੀ ਤਰ੍ਹਾਂ ਯਾਦ ਹੈ। ਆ ਤੂੰ ਧੱਕੇ ਦੇ ਨਾਲ ਉੱਥੇ 11,000 ਰੁਪਇਆ ਸਗਨ ਦਵਾਇਆ ਸੀ ਮੇਰੇ ਤੋਂ। ਮੇਰੇ ਧੱਕੇ ਨਾਲ ਸਗਨ ਦਵਾਇਆ ਤਾਂ ਤੁਹਾਨੂੰ ਯਾਦ ਆ, ਪਰ ਤੁਸੀਂ ਆਪਦਾ ਕੀਤਾ ਹੋਇਆ ਧੱਕਾ ਸਾਰਾ ਹੀ ਭੁੱਲ ਗਏ। ਮੈਨੂੰ ਬੜਾ ਵਧੀਆ ਲੱਗਿਆ ਅੱਜ ਜਦੋਂ ਤੁਸੀਂ ਆ ਇੱਕ ਪਲੇਟ ਜੇ ਖਾ ਕੇ ਆਪਦੀ ਭੈਣ ਦਾ 2400 ਰੁਪਇਆ ਬਚਾਤਾ। ਮੇਰੀ ਭੈਣ ਦੀ ਨਨਾਣ ਦੇ ਵਿਆਹ ਤੇ ਵੀ ਆਹ ਪਲੇਟ ਸਿਸਟਮ ਹੀ ਸੀਗਾ ਤੇ ਉੱਥੇ ਵੀ ਰੇਟ 1200 ਰੁਪਇਆ ਸੀ, ਤੇ ਤੁਸੀਂ ਸਾਡੇ ਕੱਲੇ ਦੇ ਹੱਥ 'ਚ ਪਲੇਟ ਫੜਾਤੀ ਸੀ। ਈਵਨ ਖੁਸ਼ੂ ਤਾਂ ਖਾਣਾ ਵੀ ਨਹੀਂ ਚਾਹੁੰਦਾ ਸੀਗਾ, ਪਰ ਤੁਸੀਂ ਫਿਰ ਵੀ ਧੱਕੇ ਨਾਲ ਉਹਨੂੰ ਪਲੇਟ ਫੜਾਈ। ਚਲੋ ਉਹ ਤਾਂ ਆਪਾਂ ਜਿਹੜਾ ਖਾ ਲਿਆ। ਉਸ ਤੋਂ ਬਾਅਦ ਤੁਸੀਂ ਆਹ ਸਵੀਟ ਡਿਸ਼ ਵਾਸਤੇ ਆਈਸਕ੍ਰੀਮ ਲਈ ਅਲੱਗ ਇੱਕ ਫਿਰ ਪਲੇਟ ਵੱਡੀ ਚੱਕ ਕੇ ਲੈ ਕੇ ਗਏ। ਉਸ ਤੋਂ ਬਾਅਦ ਆ ਗਜਰੇਲੇ ਵਾਸਤੇ ਫਿਰ ਤੁਸੀਂ ਵੱਡੀ ਪਲੇਟ ਚੱਕ ਕੇ ਗਏ, ਤੇ ਉੱਥੇ ਤੁਸੀਂ ਇੱਕ ਦੀ ਬਜਾਏ 5 ਪਲੇਟਾਂ ਖਰਾਬ ਕੀਤੀਆਂ ਸੀ। ਜਿੰਨੀ ਸਮਝਦਾਰੀ ਤੁਸੀਂ ਅੱਜ ਆਪਦੀ ਭੈਣ ਦੇ ਘਰੇ ਦਿਖਾਈ ਆ, ਕਿ ਇੰਨੀ ਸਮਝਦਾਰੀ ਤੁਹਾਨੂੰ ਮੇਰੇ ਪੇਕੇ ਘਰ ਨਹੀਂ ਦਿਖਾਉਣੀ ਚਾਹੀਦੀ ਸੀ। ਕੋਈ ਤੇ ਤਗੜਾ ਕਰ, ਉਹਨਾਂ ਨੂੰ ਕੀ ਫਰਕ ਪੈਣਾ ਇਸ ਚੀਜ਼ ਦਾ? ਗੱਲ ਤਕੜੇ ਮਾੜੇ ਦੀ ਨਹੀਂ ਹੁੰਦੀ, ਉਹ ਤਾਂ ਇੱਕ ਧੀ ਦੇ ਪਿਓ ਨੂੰ ਪਤਾ ਹੁੰਦਾ ਵੀ ਉਹ ਕਿੱਦਾਂ ਖੁਰਚ ਕੇ ਪੈਸੇ ਆਪਦੀ ਧੀ ਦੇ ਵਿਆਹ ਤੇ ਲਾਉਂਦਾ। ਇਹ ਤਾਂ ਫਿਰ ਮੇਤੋਂ ਉਸ ਟਾਈਮ ਨਾ ਸਹੀ ਮੰਨੇ ਤਾਂ ਗਲਤੀ ਹੋ ਹੀ ਗਈ, ਤੇ ਆ ਚੀਜ਼ ਮੇਰੇ ਦਿਮਾਗ 'ਚ ਵੀ ਨਹੀਂ ਆਈ। ਕਿੰਨੇ ਅਫਸੋਸ ਦੀ ਗੱਲ ਆ ਨਾ, ਆ ਜਵਾਈ ਨੂੰ ਆਪਦੇ ਸਹੁਰੇ ਘਰ ਦੇ ਕਿਸੇ ਵੀ ਫੰਕਸ਼ਨ ਤੇ ਇਹੋ ਜਿਹੀਆਂ ਗੱਲਾਂ ਧਿਆਨ 'ਚ ਹੀ ਨਹੀਂ ਆਉਂਦੀਆਂ। ਧੀ ਦੇ ਮਾਪੇ ਧੀ ਦੇ ਕੇ ਪੁੱਤ ਲੈਂਦੇ ਨੇ, ਤੇ ਫਿਰ ਉਸ ਪੁੱਤ ਦਾ ਉਸ ਪਰਿਵਾਰ ਦੇ ਪ੍ਰਤੀ ਕੋਈ ਫਰਜ਼ ਨਹੀਂ ਹੁੰਦਾ। ਜੇ ਹੁਣ ਫਰਜ਼ ਦੀ ਗੱਲ ਆ ਹੀ ਗਈ ਆ, ਤਾਂ ਇੱਕ ਗੱਲ ਹੋਰ, ਜਦੋਂ ਆਹ ਸਹੁਰਿਆਂ ਦੇ ਘਰੇ ਕੋਈ ਫੰਕਸ਼ਨ ਹੁੰਦਾ ਤਾਂ ਆ ਨੌ ਕਿਵੇਂ ਭੱਜ ਕੇ ਸਾਰਾ ਕੰਮ ਕਰਦੀ ਆ, ਮੂਹਰੇ ਹੋ ਕੇ ਲੱਗੀ ਰਹਿੰਦੀ ਆ। ਜਿਵੇਂ ਅੱਜ ਮੈਂ ਸਵੇਰ ਦੀ ਅਕਵਿੰਦਰ ਦੇ ਨਾਲ ਲੱਗੀ ਹੋਈ ਸੀਗੀ, ਪਰ ਜਦੋਂ ਇਹੀ ਫੰਕਸ਼ਨ ਪੇਕਿਆਂ ਦੇ ਘਰੇ ਹੁੰਦਾ ਆ ਤਾਂ ਨਿੱਕੇ ਸ਼ਗਨ ਕਰਨ ਵਾਸਤੇ ਵੀ ਜਵਾਈ ਨੂੰ ਲੱਭ ਕੇ ਲੈ ਕੇ ਆਉਣਾ ਪੈਂਦਾ। ਪਰ ਅਜਿਹਾ ਕਿਉਂ? ਹੋਣਾ ਤਾਂ ਨਹੀਂ ਚਾਹੀਦਾ ਨਾ। ਆਖਰ ਜਵਾਈ ਨੂੰ ਵੀ ਤਾਂ ਆਪਦੇ ਸਾਰੇ ਫਰਜ਼ ਯਾਦ ਹੋਣੇ ਚਾਹੀਦੇ ਆ ਨਾ, ਤਾਂ ਉਹਦੀ ਵਾਈਫ ਵੀ ਉਹਦੇ ਤੇ ਕਿੰਨਾ ਪ੍ਰਾਊਡ ਫੀਲ ਕਰੂਗੀ, ਤੇ ਨਾਲੇ ਉਹਦੇ ਪੇਕੇ। ਗੱਲ ਹੈ ਤਾਂ ਗੈਬੀ ਨੇ ਬਹੁਤ ਕੌੜੀ ਕੀਤੀ, ਪਰ ਹੈਗੀ ਤਾਂ ਸੱਚੀ ਹੈ ਨਾ। ਇਦਾਂ ਹੀ ਹੁੰਦਾ ਨਾ, ਨੂੰ ਆਪਦੇ ਸਹੁਰਿਆਂ ਦੇ ਘਰ ਭੱਜ ਕੇ ਖੁਸ਼ੀ ਸਾਰੇ ਕਾਰਜ ਨੇਪਰੇ ਚਾੜਦੀ ਹੈ, ਤੇ ਜਮਾਈ ਨੱਕ ਬੁੱਲ ਮਾਰਦਾ ਹੋਇਆ ਸਹੁਰਿਆਂ ਦੇ ਫੰਕਸ਼ਨ ਅਟੈਂਡ ਕਰਦਾ। ਥੋੜਾ ਬਹੁਤਾ ਤਾਂ ਉਸ ਨੂੰ ਵੀ ਆਪਣੇ ਫਰਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਨਾ। ਜੇ ਤੁਸੀਂ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਦੇ ਕੀਤਾ ਤਾਂ ਇਸ ਫਿਲਮ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਹੋ ਸਕਦਾ ਕਈਆਂ ਨੂੰ ਸੋਝੀ ਆ ਜਾਵੇ ਤੇ ਆਪਣਾ ਫਰਜ਼ ਵੀ ਚੇਤੇ ਆ ਜਾਵੇ। ਤੇ ਜਾਣ ਤੋਂ ਪਹਿਲਾਂ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤੇ ਨਾਲ ਹੀ ਬੈਲ ਆਈਕਨ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਫਿਲਮ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਡਾਇਰੈਕਟ ਜਲਦੀ ਤੋਂ ਜਲਦੀ ਪਹੁੰਚ ਜਾਵੇ। ਤੇ ਸਾਡਾ ਯਾਦ ਹੈ ਨਾ YouTube ਚੈਨਲ ਕਿਹੜਾ ਹੈ? ਮਿਸਟਰ ਮਿਸਿਸ ਬਿਰਦੀ।